हाँ जी, सत श्री अकाल जी। अज आप गल करांगे जी, टॉपिक हैगा जी रिटायरमेंट एज किसी इंपलाई की, गौरमेंट इंपलाई की। ਜਦੋਂ ਕੋਈ ਗੌਰਮੈਂਟ ਇੰਪਲਾਈ ਹੈ ਜਿਹੜਾ ਪਰਮਾਨੈਂਟ ਪੋਸਟ ਤੇ ਹੁੰਦਾ ਤੇ ਪਰਮਾਨੈਂਟਲੀ ਉਹਦੀ ਜਿਹੜੀ ਅਪਾਇੰਟਮੈਂਟ ਹੁੰਦੀ ਆ ਉਹਦੀ ਇੱਕ, ਜਦੋਂ ਉਹਨੂੰ ਰਿਟਾਇਰ ਕੀਤਾ ਜਾਂਦਾ, ਉਹ ਕਿਸੇ ਡੇਟ ਨੂੰ ਹੀ ਰਿਟਾਇਰ ਕੀਤਾ ਜਾਂਦਾ, ਉਹਦੀ ਡੇਟ ਆਫ ਰਿਟਾਇਰਮੈਂਟ ਆ ਜਿਹੜੀ, ਉਹਦੇ ਬਾਰੇ ਮੈਂ ਤੁਹਾਨੂੰ ਡਿਸਕਸ ਕਰਦਾ। ਪੰਜਾਬ ਸਿਵਲ ਸਰਵਿਸ ਰੂਲ ਦੀ ਵੋਲੀਅਮ 1 ਪਾਰਟ 1 ਚੈਪਟਰ 3 ਜਿਹਦਾ ਨਾਮ ਹੈਗਾ ਜਨਰਲ ਕੰਡੀਸ਼ਨਸ ਆਫ ਸਰਵਿਸ ਦੀ ਕਲੌਜ਼ ਨੰਬਰ 3.26 ਤੇ 3.26 ਦੀ ਸਬ ਕਲੌਜ਼ ਜਿਹੜੀ ਹੈਗੀ ਆ ਇਹ ਉਹਦੇ ਅੰਡਰ ਹੈਗਾ 1 ਦੇ ਅਕੋਰਡਿੰਗ ਜਿਹੜੀ ਹੈਗੀ ਆ 58 ਸਾਲ 58 ਈਅਰਸ ਇਨ ਕੇਸ ਆਫ ਗਰੁੱਪ A B ਐਂਡ C ਇੰਪਲਾਈਜ਼ ਐਂਡ ਇਨ ਕੇਸ 60 ਈਅਰਸ 60 ਸਾਲ ਇਨ ਕੇਸ ਆਫ ਗਰੁੱਪ D ਇੰਪਲਾਈਜ਼। ਦੈਨ 3.26 ਦੀ ਡੀ ਕਲੌਜ਼ ਕੀ ਕਹਿੰਦੀ ਹੈਗੀ ਆ, ਉਹ ਕਹਿੰਦੀ ਹੈਗੀ ਆ ਕਿ ਜਿਹਦੀ ਡੇਟ ਗੌਰਮੈਂਟ ਇੰਪਲਾਈ whose date of birth falls on any day of month other than first of that month may be retire on last day of that month which will be a working day। ਇਹਦੀ ਮੈਂ ਤੁਹਾਨੂੰ ਕੈਲਕੂਲੇਸ਼ਨ ਕਰਨੀ ਦੱਸੂਗਾ, ਇਹਦੇ ਬਾਰੇ ਡਿਸਕਸ ਕਰਨਾ ਦੱਸੂਗਾ। ਤੁਹਾਨੂੰ ਮੈਨੂੰ ਬਰੀਫ 'ਚ ਦੱਸ ਦੇਵਾਂ ਕਿ ਜਿਸ ਮੰਥ ਦੇ ਵਿੱਚ ਜਿਹੜੀ ਡੇਟ ਆਫ ਰਿਟਾਇਰਮੈਂਟ ਆ ਜਿਹੜੀ ਮੈਂ ਦੱਸ ਦੇਵਾਂ ਉਹ ਕੈਲਕੂਲੇਟ ਹੁੰਦੀ ਆ ਡੇਟ ਆਫ ਬਰਥ ਤੋਂ। ਡੇਟ ਆਫ ਬਰਥ ਜਿਸ ਗੌਰਮੈਂਟ ਇੰਪਲਾਈ ਦਾ ਡੇਟ ਆਫ ਬਰਥ ਹੁੰਦਾ, ਜਿਹੜੇ ਮੰਥ ਦੇ ਵਿੱਚ ਡੇਟ ਆਫ ਬਰਥ ਹੁੰਦਾ, ਉਸ ਤੋਂ ਪਲੱਸ ਉਹਦੇ ਵਿੱਚ 58 ਜਿਹੜੇ ਹੈਗੇ ਐਡ ਕੀਤੇ ਜਾਂਦੇ ਆ ਔਰ 60 ਐਡ ਕੀਤੇ ਜਾਂਦੇ ਆ। ਐਜ਼ ਦਾ ਕੇਸ ਮੇ ਵੀ ਜਿਵੇਂ ਵੀ ਹੋਵੇ, ਜੇ ਗਰੁੱਪ ਡੀ ਹੋਵੇ ਤਾਂ 60 ਸਾਲ ਐਡ ਹੋਣਗੇ, ਜੇ ਗਰੁੱਪ A B C ਆ ਤਾਂ 58 ਈਅਰਸ ਆ ਜਿਹੜੇ ਉਹਦੇ ਵਿੱਚ ਐਡ ਹੋਣਗੇ ਉਹਦੀ ਡੇਟ ਆਫ ਬਰਥ ਦੇ ਵਿੱਚ। ਉਹਦੇ ਵਿੱਚ ਇਹਦੇ ਮਤਲਬ ਇਹ ਜਿਹੜੀ ਕਲੌਜ਼ ਦਾ ਮਤਲਬ ਇਹ ਹੈਗਾ ਕਿ ਉਸ ਮੰਥ ਦੀ ਜੇ 1 ਤਰੀਕ ਨਹੀਂ ਹੈਗੀ, 1 ਤਰੀਕ ਤੋਂ ਇਲਾਵਾ ਜੇ 2 ਤਰੀਕ ਹੈਗੀ ਆ, 3 4 5 ਆ, ਮੰਨ ਲਓ ਗੌਰਮੈਂਟ ਇੰਪਲਾਈ ਦਾ ਜਿਹੜਾ ਬਰਥ ਆ ਉਹ ਦਸੰਬਰ 'ਚ ਹੋਇਆ ਜਾਂ ਜਨਵਰੀ ਫਰਵਰੀ ਮਾਰਚ ਜਿਹੜੇ ਮਰਜ਼ੀ ਮਹੀਨੇ ਹੋਇਆ, ਉਹਦੀ 2 ਤਰੀਕ ਨੂੰ ਹੋਇਆ, 3 ਨੂੰ ਹੋਇਆ, 4 ਨੂੰ ਹੋਇਆ, 10 ਨੂੰ, 20 ਨੂੰ, 25 ਨੂੰ, 30 ਨੂੰ, 31 ਨੂੰ, 1 ਤਰੀਕ ਨੂੰ ਛੱਡ ਕੇ ਦਿਨ ਉਹਨੂੰ ਰਿਟਾਇਰ ਕੀਤਾ ਜਾਊਗਾ ਉਸ ਮਹੀਨੇ ਦੇ ਲਾਸਟ ਦਿਨ ਨੂੰ। ਪਰ ਉਹ ਲਾਸਟ ਦਿਨ ਵੀ ਹੈ ਜਿਹੜਾ ਵਰਕਿੰਗ ਹੋਣਾ ਚਾਹੀਦਾ। ਜੇ ਸੰਡੇ ਆਉਂਦਾ ਤਾਂ ਉਸ ਤੋਂ 1 ਦਿਨ ਪਹਿਲਾਂ ਉਹਨੂੰ ਰਿਟਾਇਰ ਕੀਤਾ ਜਾਊਗਾ। ਅੱਗੇ ਦੀ ਐਕਸਪਲੇਨੇਸ਼ਨ ਦਿੱਤੀ ਹੈ ਇਸੇ ਕਲੌਜ਼ ਦੇ ਅੰਡਰ ਹੀ। whose date of birth is first of month shall retire on afternoon of last day of preceding month। ਇਹ ਕਹਿਣ ਦਾ ਮਤਲਬ ਇਹ ਹੈਗਾ, ਇਹ ਉਸ ਤੋਂ ਜਿਹੜੀ ਹੈਗੀ ਵਾਈਸ ਵਰਸਾ ਕਲੌਜ਼ ਹੈਗੀ ਆ। ਜੇ ਉਸ ਇੰਪਲਾਈ ਦਾ ਬਰਥ ਆ ਜਿਹੜਾ 1 ਤਰੀਕ ਨੂੰ ਹੋਇਆ, 1 ਜਨਵਰੀ 1 ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜਦੋਂ ਵੀ ਹੋਇਆ, ਉਹਨੂੰ ਜਿਹੜਾ ਰਿਟਾਇਰ ਆ ਉਹਨੂੰ ਪਿਛਲੇ ਮਹੀਨੇ ਦੀ ਲਾਸਟ ਵਰਕਿੰਗ ਡੇ ਦੇ ਵਿੱਚ ਉਹਨੂੰ ਰਿਟਾਇਰ ਕੀਤਾ ਜਾਊਗਾ। ਮੰਨ ਲਓ ਉਹਦੀ ਡੇਟ ਆਫ ਬਰਥ ਆਪਾਂ ਮੰਨੀ ਸੀ 1/12/1975, ਉਹਨੂੰ ਫਿਰ ਜਿਹੜਾ ਹੈਗਾ ਰਿਟਾਇਰ ਕੀਤਾ ਜਾਊਗਾ 30 ਨਵੰਬਰ 1975 ਨੂੰ ਆਫਟਰਨੂਨ ਦੇ ਵਿੱਚ ਜਿਹੜਾ ਹੈਗਾ ਰਿਟਾਇਰ ਕੀਤਾ ਜਾਊਗਾ। 30 ਨਵੰਬਰ 1975 ਨੂੰ 30 ਨਵੰਬਰ ਜਿਹੜਾ ਹੈਗਾ 58 ਆਪਾਂ ਉਹਦੇ 'ਚ ਪਲੱਸ ਕਰਾਂਗੇ ਜਿੰਨੇ ਵੀ ਆਉਣਗੇ, 30 ਨਵੰਬਰ 2033 ਆਊਗਾ। 30 ਨਵੰਬਰ 2033 ਨੂੰ ਰਿਟਾਇਰ ਕੀਤਾ ਜਾਊਗਾ। ਦੈਨ ਗਰੁੱਪ ਡੀ ਦੇ ਕੇਸ ਵਿੱਚ 30 ਨਵੰਬਰ 2035 ਨੂੰ ਆਫਟਰਨੂਨ ਦੇ ਵਿੱਚ ਰਿਟਾਇਰ ਕੀਤਾ ਜਾਊਗਾ। 3.27 ਜਿਹੜੀ ਕਲੌਜ਼ ਕੀ ਕਹਿੰਦੀ ਆ, ਇਹ ਕਹਿੰਦੀ ਹੈ ਕਿ ਇਹ ਗੌਰਮੈਂਟ ਇੰਪਲਾਈ ਅਦਰ ਦੈਨ ਗਰੁੱਪ ਡੀ ਇੰਪਲਾਈ ਹੂ ਇਜ਼ ਸਫਰਿੰਗ ਫਰੋਮ ਐਨੀ ਆਫ ਦੀ ਡਿਸੇਬਿਲਿਟੀਜ਼ ਲਾਈਕ ਬਲਾਈਂਡਨੈਸ ਔਰ ਲੋ ਵਿਜ਼ਨ, hearing impairment, locomotor disability or cerebral palsy, date of ਅੱਗੇ ਹੈਗਾ ਜੀ ਡੇਟ ਆਫ ਰਿਟਾਇਰਮੈਂਟ ਸ਼ੈਲ ਬੀ 60 ਈਅਰਸ। ਇਹਦਾ ਮਤਲਬ ਹੈਗਾ ਕਿ ਜਿਹੜਾ ਗੌਰਮੈਂਟ ਇੰਪਲਾਈ ਆ ਗਰੁੱਪ ਡੀ ਨੂੰ ਛੱਡ ਕੇ, ਭਾਵੇਂ ਉਹ ਗਰੁੱਪ ਏ ਦਾ ਇੰਪਲਾਈ ਆ, ਬੀ ਦਾ, ਸੀ ਦਾ, ਉਹ ਕਿਸੇ ਡਿਸੇਬਿਲਿਟੀ ਤੋਂ ਸਫਰ ਕਰ ਰਿਹਾ। ਡਿਸੇਬਿਲਿਟੀ ਆ ਉਹਨੂੰ ਕੋਈ ਵੀ, ਉਹ ਬਲਾਈਂਡਨੈਸ ਹੋਵੇ ਜਿਹਨੂੰ ਦਿਸਦਾ ਨਾ ਹੋਵੇ, ਜਾਂ ਲੋ ਵਿਜ਼ਨ ਹੋਵੇ ਬਹੁਤ ਘੱਟ ਦਿਸਦਾ ਹੋਵੇ, ਜਾਂ ਜਮਾ ਨਾ ਦਿਸਦਾ ਹੋਵੇ। ਹੀਅਰਿੰਗ ਇੰਪੇਅਰਮੈਂਟ ਉਹਨੂੰ ਘੱਟ ਸੁਣਦਾ ਹੋਵੇ। ਲੋਕੋਮੋਟਰ ਡਿਸੇਬਿਲਿਟੀ ਜੋ ਚੱਲ ਫਿਰ ਨਾ ਸਕਦਾ ਹੋਵੇ। ਸੈਰੇਬਰਲ ਪਲਸੀ ਜਿਹੜੀ ਹੈਗੀ ਆ ਇਹ ਦਿਮਾਗ ਨਾਲ ਰਿਲੇਟਡ ਡਿਸੀਜ਼ ਹੈਗੀ ਆ। ਦੈਨ ਉਹਦੀ ਰਿਟਾਇਰਮੈਂਟ ਆ ਜਿਹੜੀ ਉਹ ਏਜ ਹੋਊਗੀ ਉਹ 60 ਸਾਲ ਹੋਊਗੀ, ਕਿਉਂਕਿ ਗਰੁੱਪ ਡੀ ਨੂੰ ਤਾਂ ਪਹਿਲਾਂ ਹੀ 60 ਸਾਲ ਹੈਗੀ ਆ। ਪਰ ਏ ਬੀ ਸੀ ਦੇ ਜਿਹੜੇ ਕੇਸ ਵਿੱਚ ਜੇ ਉਹਨੂੰ ਕੋਈ ਡਿਸੇਬਿਲਿਟੀ ਹੈਗੀ ਆ ਉਹਦੇ ਕੇਸ 'ਚ ਇਹ ਰਿਟਾਇਰਮੈਂਟ ਏਜ ਆ 60 ਸਾਲ ਆ, ਜਿਹੜੀ ਗੌਰਮੈਂਟ ਨੇ ਜਿਹੜੀ ਹੈਗੀ ਆ ਇੰਸਟਰਕਸ਼ਨ ਦਿੱਤੇ ਹੋਏ ਆ ਕਿ 60 ਸਾਲ ਹੋਊਗੀ। ਦੈਨ ਉਹ ਕੰਡੀਸ਼ਨ ਹੈਗੀ ਕਿ ਡਿਸੇਬਿਲਿਟੀ ਆ ਜਿਹੜੀ ਉਹ ਨੋਟ ਲੈਸ ਦੈਨ 40%, 40% ਤੋਂ ਡਿਸੇਬਿਲਿਟੀ ਹੈ ਜਿਹੜੀ ਉਹ ਘੱਟ ਨਹੀਂ ਹੋਣੀ ਚਾਹੀਦੀ।
ਜੋ ਕਿ ਜਿਹੜੀ ਉਹਦੇ ਮੈਡੀਕਲ ਸਰਟੀਫਿਕੇਟ ਦੇ ਵਿੱਚ ਜਿਹੜਾ ਉਹਦੇ ਮੈਂਸ਼ਨ ਕੀਤਾ ਹੋਊਗਾ ਕਿ ਕਿੰਨੇ % ਉਹਦੀ ਡਿਸੇਬਿਲਟੀ ਹੈਗੀ ਹੈ ਜਦੋਂ ਉਹਨੂੰ ਅਪਾਇੰਟ ਕੀਤਾ ਹੋਊਗਾ, ਜਦੋਂ ਉਸ ਕੈਟਾਗਰੀ ਦੇ ਵਿੱਚ ਉਹਦੀ ਅਪਾਇੰਟਮੈਂਟ ਹੋਈ ਹੋਊਗੀ ਫਿਜ਼ੀਕਲ ਹੈਂਡੀਕੈਪਟ ਕੈਟਾਗਰੀ ਦੇ ਵਿੱਚ। ਸੋ ਮੈਂ ਤੁਹਾਨੂੰ ਇਹਦੀ ਕੈਲਕੂਲੇਸ਼ਨ ਕਰਕੇ ਦਿਖਾਉਣਾ ਰਿਟਾਇਰਮੈਂਟ ਏਜ ਦੀ। ਇਹ ਕਾਈਂਡਲੀ ਨੋਟ ਕਰ ਲਿਆ, ਰਿਟਾਇਰਮੈਂਟ ਏਜ 58 ਈਅਰਸ ਇਨ ਕੇਸ ਆਫ ਗਰੁੱਪ A, B and C employees and 60 years in case of group D employees and 60 years in case of group A, B and C employees who are suffering from disability mentioned in this clause number 3.27 ਜੋ ਤੁਹਾਨੂੰ ਦੱਸਿਆ ਮੈਂ। ਸੋ ਅੱਗੇ ਤੁਹਾਨੂੰ ਕੈਲਕੂਲੇਸ਼ਨ ਕਰਕੇ ਦਿਖਾਉਣਾ। ਸਪੋਜ਼ ਦੈਟ ਮੰਨ ਲਓ ਜਿਹੜੀ ਹੈਗੀ ਆ ਡੇਟ ਆਫ ਬਰਥ of government employee working under group A, B ਜਾਂ C, ਉਹਦੀ ਮੰਨ ਲਓ ਡੇਟ ਆਫ ਬਰਥ ਹੈਗੀ ਹੈ ਜੀ 1/12/1975। ਦੈਨ ਉਹਦੀ ਰਿਟਾਇਰਮੈਂਟ ਡੇਟ ਆਫ retirement on completion of 58 years will be ਜਿਹੜੀ ਹੈਗੀ 58 ਸਾਲ ਦਿਨ ਹੋਗੀ ਜੀ 31/12/2033। ਜੇ ਉਹ ਗਰੁੱਪ ਡੀ ਦਾ EMPLOYEE ਹੈਗਾ ਜੀ in case of group D in case of ਜੇ ਉਹ ਗਰੁੱਪ ਡੀ ਦਾ EMPLOYEE ਆ ਦੈਨ ਉਹਦੀ ਡੇਟ ਆਫ ਰਿਟਾਇਰਮੈਂਟ ਹੋਊਗੀ ਜੀ 31/12/2035 ਐਂਡ ਇਹੀ ਜਿਹੜੀ ਰਿਟਾਇਰਮੈਂਟ ਆ ਉਹਦੀ ਜਿਹੜੀ ਹੋਊਗੀ ਇਨ ਕੇਸ ਆਫ ਜੇ ਉਹ ਡਿਸੇਬਿਲਟੀ ਹੈਗੀ ਆ ਉਸ EMPLOYEE ਨੂੰ ਕੋਈ ਡਿਸੇਬਿਲਟੀ ਤੋਂ ਸਫਰ ਕਰ ਰਿਹਾ ਐਂਡ ਦੈਨ ਜਿਹੜੀ ਤੁਹਾਨੂੰ ਦੱਸਿਆ ਸੀ ਕਿ ਜੇ ਉਹਦਾ ਡੇਟ ਆਫ ਬਰਥ ਮੰਨ ਲਓ ਡੇਟ ਆਫ ਬਰਥ 1/12 ਨਾ ਹੋ ਕੇ 2/12/1975 ਹੁੰਦਾ ਜਾਂ ਕੋਈ ਵੀ ਐਨੀ ਅਦਰ ਡੇਟ ਲਾਈਕ 2 ਨਾ ਹੁੰਦੀ 1 ਨਾ ਹੁੰਦੀ ਤਾਂ 2 ਹੁੰਦੀ ਜਾਂ 3 ਜਾਂ 5 7 ਕੋਈ ਵੀ ਲਾ ਲਓ ਤੁਸੀਂ 20 21 30 ਕੋਈ ਵੀ ਹੁੰਦੀ ਦੈਨ ਉਹਦਾ ਜਿਹੜਾ ਹੈਗਾ ਜਿਹੜੀ ਹੈਗੀ ਆ ਡੇਟ ਆਫ ਰਿਟਾਇਰਮੈਂਟ ਜਿਹੜੀ ਉਹ ਇਹੀ ਬਣੂਗੀ। ਡੇਟ ਆਫ ਰਿਟਾਇਰਮੈਂਟ ਆ ਜਿਹੜੀ 31/12/2033। ਸੌਰੀ ਮੈਂ ਤੁਹਾਨੂੰ ਦੱਸਤਾ ਗਲਤ ਦੱਸਤਾ ਤੁਹਾਨੂੰ ਸੌਰੀ 1/12/1975 ਨਹੀਂ ਮੰਨ ਲਓ ਉਹਦੀ ਕੋਈ ਵੀ ਡੇਟ ਸੀਗੀ 2 ਸੀਗੀ ਇੱਥੇ ਕੋਈ ਵੀ ਡੇਟਾ ਉਹਦਾ 31/12/2033 ਬਣੂਗਾ ਇਹਦੇ ਕੇਸ ਦੇ ਵਿੱਚ। ਜੇ ਉਹਦੀ 1/12/1975 ਸੀਗੀ ਦੈਨ ਜੇ ਉਹਦੀ ਮੰਨ ਲਓ ਡੇਟ ਆਫ ਬਰਥ ਹੈਗੀ ਆ 1/12/1975 ਦੈਨ ਉਹਦੀ ਡੇਟ ਆਫ ਰਿਟਾਇਰਮੈਂਟ ਬਣੂਗੀ ਜੀ 30/11/2033 ਇਨ 58 ਸਾਲ ਜੇ ਹੈਗੀ ਆ। ਜੇ ਗਰੁੱਪ ਡੀ ਦਾ ਫਿਰ ਦੈਨ ਹੋਊਗੀ ਜੀ 30/11/2035 30/11/2035। ਬਟ ਜੇ ਇਹ ਇੱਥੇ ਇਹ ਵੀ ਗੱਲ ਕਲੀਅਰ ਕਰਦਾ ਜੇ ਮੰਨ ਲਓ ਕਿ ਜੇ 30/11/2033 ਨੂੰ ਜਾਂ 30/11/2035 ਨੂੰ ਮੰਨ ਲਓ ਸੰਡੇ ਆ ਇਹ ਦੈਨ ਉਹਨੂੰ ਰਿਟਾਇਰ ਕੀਤਾ ਜਾਊਗਾ। ਜੇ ਸੈਟਰਡੇ ਉਹਦਾ ਵਰਕਿੰਗ ਹੈਗਾ ਦੈਨ ਵਰਕਿੰਗ ਡੇ ਜੇ ਸੈਟਰਡੇ ਹੈਗਾ ਤਾਂ ਉਹਨੂੰ 29/11/2033 ਜਾਂ 2035 ਨੂੰ ਰਿਟਾਇਰ ਕੀਤਾ ਜਾਊਗਾ। ਜੇ ਸੈਟਰਡੇ ਇਜ਼ ਨਾਟ ਵਰਕਿੰਗ ਡੇ ਦੈਨ 28/11/2033
ਜਾਂ 2035 ਨੂੰ ਰਿਟਾਇਰ ਕੀਤਾ ਜਾਊਗਾ। ਸੋ ਇਹ ਨੋਟ ਕਰ ਲਿਓ। ਜੇ ਤਾਂ ਸਪੋਜ਼ ਦੈਟ ਗਰੁੱਪ ਏ ਬੀ ਸੀ ਐਂਡ ਕੇਸ ਦੇ ਵਿੱਚ ਜੇ ਉਹਦੀ ਰਿਟਾਇਰਮੈਂਟ ਡੇਟ 2/12/1975 ਹੈਗੀ ਆ ਜਾਂ ਕੋਈ ਵੀ ਸਾਲ ਆ ਜਾਂ ਕੋਈ ਵੀ ਡੇਟ ਹੈਗੀ ਆ, ਇੱਕ ਨੂੰ ਛੱਡ ਕੇ 2 5 6 7 8 9 10 2 ਤੋਂ ਲੈ ਕੇ 30 ਤੱਕ ਜਿਹੜੀ 31 ਤੱਕ ਹੈਗੀ ਆ, ਦੈਨ ਉਹਦੀ ਰਿਟਾਇਰਮੈਂਟ 58 ਸਾਲ ਦੇ ਵਿੱਚ ਬਣੂਗੀ 31/12/2033 ਐਂਡ 60 ਸਾਲ ਦੇ ਕੇਸ ਦੇ ਵਿੱਚ ਬਣੂਗੀ 31/12/2035। ਇਹੀ 60 ਸਾਲ ਦੀ ਏਜ ਹੈਗੀ ਹੈ ਜਿਹੜੀ ਡਿਸੇਬਿਲਟੀ ਵਾਲੇ ਕੇਸ 'ਚ ਆਊਗੀ। ਜੇ ਡੇਟ ਆਫ ਬਰਥ ਉਹਦੀ ਹੈਗੀ ਹੈ ਜੀ 1/12/1975, ਦੈਨ ਉਹਦੀ ਡੇਟ ਆਫ ਰਿਟਾਇਰਮੈਂਟ ਬਣੂਗੀ ਇੱਕ ਦਿਨ ਪਹਿਲਾਂ ਪਿਛਲੇ ਮੰਥ ਦੇ ਵਿੱਚ 30/11/2033 ਐਂਡ 60 ਸਾਲ ਦੇ ਕੇਸ ਵਿੱਚ ਬਣੂਗੀ 30/11/2035। ਇਹ ਆਫਟਰਨੂਨ 'ਚ ਬਣੂਗੀ ਡੇਟ ਆਫ ਰਿਟਾਇਰਮੈਂਟ ਆ, ਕੋਈ ਵੀ ਆਫਟਰਨੂਨ 'ਚ ਹੀ ਬਣਨੀ ਆ। ਦੈਨ ਜੇ ਉਸ ਦਿਨ 30/11/2035 ਨੂੰ ਜਾਂ 30/11/2033 ਨੂੰ ਸੰਡੇ ਆਉਂਦਾ, ਦੈਨ ਜੇ ਸੈਟਰਡੇ ਉਹਦਾ ਵਰਕਿੰਗ ਹੈਗਾ, ਆਫ ਨਹੀਂ ਹੁੰਦਾ, ਉਹਨੂੰ ਛੁੱਟੀ ਨਹੀਂ ਹੁੰਦੀ ਉਸ ਦੇ ਡਿਪਾਰਟਮੈਂਟ 'ਚ, ਦੈਨ 29/11/2033 ਨੂੰ ਰਿਟਾਇਰ ਕੀਤਾ ਜਾਊਗਾ ਆਫਟਰਨੂਨ ਦੇ ਵਿੱਚ ਜਾਂ 35 ਨੂੰ। ਜੇ ਉਸ ਕੇਸ 'ਚ ਸੈਟਰਡੇ ਵੀ ਉਹਦਾ ਆਫ ਹੈਗਾ ਜਾਂ ਵਰਕਿੰਗ ਡੇ ਨਹੀਂ ਹੈਗਾ, ਨੋਨ ਵਰਕਿੰਗ ਡੇ ਹੈਗਾ, ਦੈਨ ਉਹਨੂੰ 28/11/2033 ਨੂੰ ਜਾਂ 28/11/2035 ਨੂੰ ਰਿਟਾਇਰ ਕੀਤਾ ਜਾਊਗਾ ਉਹਦੀਆਂ ਸਰਵਿਸ ਤੋਂ। ਇੱਕ ਗੱਲ ਦੀ ਤੁਹਾਨੂੰ ਹੋਰ ਕਲੈਰੀਫਿਕੇਸ਼ਨ ਦੇ ਦਾਂ ਕਿ ਤੁਸੀਂ ਸਮਝ ਲਿਆ ਹੋਊਗਾ ਜਾਂ ਸਮਝੋਗੇ ਕਿ ਮੈਂ ਇਸ ਕੇਸ 'ਚ ਕਹਿ ਰਿਹਾ ਕਿ ਜਿਹੜਾ ਹੈਗਾ ਜੇ ਵਰਕਿੰਗ ਡੇ ਨਹੀਂ ਹੁੰਦਾ, ਜੇ ਸੰਡੇ ਆਉਂਦਾ ਫਾਲ ਕਰਦੀ ਹੈ, ਡੇਟ ਆਫ ਰਿਟਾਇਰਮੈਂਟ ਫਾਲ ਕਰਦੀ ਆ ਇਨ ਕੇਸ ਆਫ ਜੇ 1 ਤਰੀਕ ਨੂੰ ਉਹਦੀ ਡੇਟ ਆਫ ਬਰਥ ਹੈਗੀ ਆ, ਦੈਨ ਉਹਨੂੰ ਇੱਕ ਦਿਨ ਪਹਿਲਾਂ ਪਿਛਲੇ ਮਹੀਨੇ ਦੀ ਇੱਕ ਦਿਨ ਪਹਿਲਾਂ ਨੂੰ ਰਿਟਾਇਰ ਕੀਤਾ ਜਾਂਦਾ, ਦੈਨ ਉਹ ਵਰਕਿੰਗ ਡੇ ਆ ਜਿਹੜਾ ਉਹ ਹੋਣਾ ਚਾਹੀਦਾ। ਪਰ ਉਹ ਕਿਸੇ ਵੀ ਕੇਸ 'ਚ ਹੋਵੇ, ਇਸ ਕੇਸ 'ਚ ਨਹੀਂ ਸਪੈਸ਼ਲੀ ਮੈਂ ਕਹਿ ਰਿਹਾ ਹੈਗਾ। ਜੇ ਉਹਦੀ 2/12 ਨੂੰ ਰਿਟਾਇਰਮੈਂਟ ਸੀ ਜਾਂ 13 ਨੂੰ ਸੀਗੀ ਜਾਂ 31/12/2033 ਨੂੰ ਰਿਟਾਇਰ ਹੋ ਰਿਹਾ ਸੀਗਾ, ਉਦੋਂ ਵੀ ਜੇ ਉਹਦਾ ਵਰਕਿੰਗ ਡੇ ਆ ਜਿਹੜਾ ਡੇਟ ਆਫ ਰਿਟਾਇਰਮੈਂਟ ਨੂੰ, ਉਹ ਵਰਕਿੰਗ ਡੇ ਹੀ ਹੋਣਾ ਚਾਹੀਦਾ। ਜੇ ਵਰਕਿੰਗ ਡੇ ਨਹੀਂ ਹੁੰਦਾ ਤਾਂ ਉਹਨੂੰ ਇੱਕ ਦਿਨ ਪਹਿਲਾਂ ਰਿਟਾਇਰ ਕੀਤਾ ਜਾਊਗਾ। ਜਾਂ ਗੈਜ਼ਟਡ ਹੌਲੀਡੇ ਆਉਂਦੀ ਜਾਂ ਸੰਡੇ ਆ, ਜੇ ਸੈਟਰਡੇ ਉਸ ਦੇ ਡਿਪਾਰਟਮੈਂਟ 'ਚ ਜੇ ਸੰਡੇ ਆਫ ਸੈਟਰਡੇ ਆਫ ਹੁੰਦਾ, ਦੈਨ ਉਹਨੂੰ ਸੈਟਰਡੇ ਆਫ ਹੁੰਦਾ ਫਰਾਈਡੇ ਨੂੰ ਰਿਟਾਇਰ ਕੀਤਾ ਜਾਊਗਾ। ਜੇ ਸੈਟਰਡੇ ਆਫ ਨਹੀਂ ਹੁੰਦਾ, ਸੈਟਰਡੇ ਵਰਕਿੰਗ ਹੁੰਦਾ, ਦੈਨ ਸੈਟਰਡੇ ਨੂੰ ਰਿਟਾਇਰ ਕੀਤਾ ਜਾਊਗਾ। ਜੇ ਗੈਜ਼ਟਡ ਹੌਲੀਡੇ ਆਉਂਦੀ ਹੈ ਫਿਰ ਉਸ ਤੋਂ ਇੱਕ ਦਿਨ ਪਹਿਲਾਂ ਉਹਨੂੰ ਰਿਟਾਇਰ ਕੀਤਾ ਜਾਊਗਾ। ਕਹਿਣ ਦਾ ਮਤਲਬ ਹੈ ਕਿਸੇ ਵੀ ਕੇਸ 'ਚ ਡੇਟ ਆਫ ਰਿਟਾਇਰਮੈਂਟ ਭਾਵੇਂ 58 ਸਾਲ ਦੀ 60 ਸਾਲ ਦੀ, ਭਾਵੇਂ ਉਹਦੀ ਡੇਟ ਆਫ ਬਰਥ 1 ਤਰੀਕ ਨੂੰ ਫਾਲ ਕਰਦੀ ਆ, ਭਾਵੇਂ ਕਿਸੇ ਵੀ ਤਰੀਕ ਨੂੰ ਫਾਲ ਕਰਦੀ ਆ, ਜਿਹੜੀ ਉਹ ਡੇਟ ਆਫ ਰਿਟਾਇਰਮੈਂਟ ਆ ਉਹ ਵਰਕਿੰਗ ਡੇ ਦੇ ਵਿੱਚ ਫਾਲ ਹੋਣੀ ਚਾਹੀਦੀ ਹੈ। ਜੇ ਨਹੀਂ ਹੁੰਦੀ ਤਾਂ ਦੈਨ ਉਹਨੂੰ ਵਰਕਿੰਗ ਡੇ ਦੇ ਵਿੱਚ ਰਿਟਾਇਰ ਕੀਤਾ ਜਾਊਗਾ। ਜਦੋਂ ਵਰਕਿੰਗ ਡੇ ਨਾ ਹੋਇਆ ਉਸ ਤੋਂ ਇੱਕ ਦਿਨ ਪਹਿਲਾਂ ਉਹਨੂੰ ਰਿਟਾਇਰ ਕੀਤਾ ਜਾਊਗਾ। ਮੰਨ ਲਓ ਜੇ ਇਕੱਠੇ ਜੇ ਉਹਦਾ ਸੈਟਰਡੇ ਵੀ ਆਫ ਹੈਗਾ, ਸੈਟਰਡੇ ਵੀ ਨੌਨ ਵਰਕਿੰਗ ਡੇ ਹੈਗਾ, ਸੰਡੇ ਨੌਨ ਵਰਕਿੰਗ ਡੇ ਹੈਗਾ, ਫਰਾਈਡੇ ਨੂੰ ਗੈਜ਼ਟਡ ਹੌਲੀਡੇ ਆ ਗਈ, ਉਦੋਂ ਆ ਗਈ ਤਾਂ ਦੈਨ ਉਹਨੂੰ ਥਰਸਡੇ ਵੀਰਵਾਰ ਨੂੰ ਜਿਹੜਾ ਉਹਨੂੰ ਰਿਟਾਇਰ ਕੀਤਾ ਜਾਊਗਾ ਸਰਵਿਸ ਤੋਂ। ਸੋ ਇਹ ਸੀਗੇ ਰਿਟਾਇਰਮੈਂਟ ਏਜ ਦੇ ਜਿਹੜੇ ਰੂਲਸ ਐਂਡ ਇੰਸਟਰਕਸ਼ਨ ਪੰਜਾਬ ਗਵਰਨਮੈਂਟ ਦੁਆਰਾ ਜਿਹੜੇ ਇਸ਼ੂ ਕੀਤੇ ਗਏ ਸੀ। ਸੋ ਨੈਕਸਟ ਵੀਡੀਓ 'ਚ ਮਿਲਦੇ ਹਾਂ ਜੀ। ਜੇ ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਤੇ ਹੋਰ ਵੀ ਗਵਰਨਮੈਂਟ EMPLOYE ਆ ਜੋ ਪੰਜਾਬ ਗਵਰਨਮੈਂਟ ਦੇ ਅੰਡਰ ਕੰਮ ਕਰ ਰਿਹਾ, ਉਹਨਾਂ ਤੱਕ ਇਹ ਇਨਫੋਰਮੇਸ਼ਨ ਜ਼ਰੂਰ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰਨ ਨੂੰ ਜ਼ਰੂਰ ਕਹਿ ਦਿਓ। ਜੇ ਅੱਜ ਤੁਸੀਂ ਮੇਰੇ ਚੈਨਲ ਤੇ ਅੱਜ ਨਵੇਂ ਹੋ ਤਾਂ ਅੱਜ ਹੀ ਵਿਜ਼ਿਟ ਕੀਤਾ ਤਾਂ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਸ਼ੇਅਰ ਕਰ ਲਿਓ। ਸੋ ਥੈਂਕ ਯੂ। ਨੈਕਸਟ ਵੀਡੀਓ 'ਚ ਮਿਲਦੇ ਹਾਂ ਜੀ।